ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਇੱਕ ਵਾਰ ਫੇਰ ਤੋਂ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਅਧਿਐਨ ਪ੍ਰੋਗਰਾਮ ਦੇ ਵਿੱਚ ਦਿਲਚਸਪੀ ਲੈ ਰਹੇ ਹੋ ਅਤੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜਿਨੇ ਆਪਣੇ ਵਚਨ ਨੂੰ ਆਪਣੇ ਨਾਮ ਤੋਂ ਵੀ ਉੱਚਾ ਦਰਜਾ ਦਿੱਤਾ ਅਤੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਆਪਣੇ ਵਚਨ ਦੇ ਵਿੱਚੋਂ ਸਾਨੂੰ ਡੂੰਘੀਆਂ ਗੱਲਾਂ ਨੂੰ ਸਿਖਾਉਂਦਾ ਹੈ ਅਤੇ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਇੱਕ ਵਾਰੀ ਫੇਰ ਤੋਂ ਤੁਹਾਡੇ ਨਾਲ ਰੂਬਰੂ ਹੋ ਸਕੀਏ। ਦੋਸਤੋ, ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 8 ਅਧਿਆਏ ਦੇ ਉੱਤੇ ਚਰਚਾ ਕਰਨੀ ਸ਼ੁਰੂ ਕੀਤੀ ਸੀ। ਅਸੀਂ ਜਾਣਿਆ ਕਿ ਬਾਈਬਲ ਇੱਕ ਅਨੋਖੀ ਪੁਸਤਕ ਹੈ ਅਤੇ ਇਹ ਭਵਿੱਖਬਾਣੀਆਂ ਦੀ ਪੁਸਤਕ ਵੀ ਹੈ। ਅਸੀਂ ਦਾਨੀਏਲ ਦੀ ਪੁਸਤਕ ਦੇ 8 ਅਧਿਆਏ ਦੇ ਵਿੱਚ ਉਸ ਦੇ ਦੁਆਰਾ ਵੇਖੇ ਗਏ ਦਰਸ਼ਨ ਦੇ ਬਾਰੇ ਚਰਚਾ ਕਰ ਰਹੇ ਸੀ। ਅਸੀਂ ਜਾਣਿਆ ਕਿ ਜਦੋਂ ਦਾਨੀਏਲ ਨੂੰ ਇਹ ਦਰਸ਼ਨ ਪ੍ਰਾਪਤ ਹੋਇਆ ਤਾਂ ਇਸ ਦੀ ਪ੍ਰਾਪਤੀ ਦਾ ਕੀ ਕਾਰਨ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਚੇ ਹੋਏ ਹਿੱਸੇ ਤੇ ਆਪਣੇ ਅਧਿਐਨ ਨੂੰ ਜਾਰੀ ਰੱਖਾਂਗੇ। ਅੱਜ ਅਸੀਂ ਦਰਸ਼ਨ ਦੀ ਯੋਜਨਾ ਅਤੇ ਉਹਦੇ ਪ੍ਰਕਾਸ਼ਨ ਦੇ ਬਾਰੇ ਚਰਚਾ ਕਰਾਂਗੇ। ਤਾਂ ਫਿਰ ਦੋਸਤੋ, ਆਓ ਬਿਨਾਂ ਦੇਰ ਕੀਤਿਆਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। रहेगा नाम सदा तीकर मसीदा, रहेगा नाम सदा तीकर मसीदा, रहेगा जद तलक सूरज रहेगा, रहेगा जद तलक सूरज रहेगा। तो बरकता सब लोग पावण के, उस तो बरकता सब लोग पावण ते कौमा ओस्तियां धन्यवाद गावण, ते कौमा ओस्तियां धन्यवाद गावण। खुदा दा पाक ना है शान वाला, सदा तीकर मुबारक हो रहेगा, सदा तीकर मुबारक हो रहेगा। सिताइश बाप बेटे पाक रूह दी,
सिताइश बाप बेटे पाक रूह दी, सदा तो है सदा ती कर रहेगी, सदा तो है सदा ती कर रहेगी। रहेगा नाम सदा ती कर मसीदा, रहेगा नाम सदा ती कर मसीदा, रहेगा जद तलक सूरज रहेगा, रहेगा जद तलक सूरज रहेगा। ਦਾਨੀਏਲ ਦੀ ਕਿਤਾਬ ਵਿੱਚ ਅਸੀਂ ਜਬਰਾਇਲ ਅਤੇ ਮਿਕਾਇਲ ਦੋਹਾਂ ਨੂੰ ਮਿਲਦੇ ਹਾਂ। ਮੈਂ ਮਜ਼ਬੂਤੀ ਨਾਲ ਆਖ ਸਕਦਾ ਹਾਂ ਕਿ ਜਦ ਪਰਮੇਸ਼ਰ ਨੇ ਕੋਈ ਵਿਸ਼ੇਸ਼ ਗੱਲ ਨੂੰ ਦੱਸਣਾ ਹੁੰਦਾ ਹੈ ਤਾਂ ਉਹ ਹਮੇਸ਼ਾ ਜਬਰਾਇਲ ਨੂੰ ਭੇਜਦਾ ਹੈ। ਜਬਰਾਇਲ ਦੇ ਬਾਰੇ ਅਧਿਆਇ 9 ਦੀ 21 ਐਤ ਦੱਸਦੀ ਹੈ, ਉਹ ਜ਼ਕਰੀਆ ਕੋਲ ਵੀ ਆਇਆ ਸੀ ਅਤੇ ਉਸ ਨੂੰ ਆਖਿਆ ਸੀ, ਤੇਰੇ ਘਰ ਵਿੱਚ ਇੱਕ ਪੁੱਤਰ ਹੋਣ ਵਾਲਾ ਹੈ ਅਤੇ ਤੂੰ ਉਹਦਾ ਨਾਮ ਯਹੂਨਾ ਰੱਖਣਾ। ਇਹ ਇੱਕ ਵਿਸ਼ੇਸ਼ ਖਬਰ ਸੀ। ਤਦ ਕੁਝ ਐਤਾਂ ਦੇ ਬਾਅਦ ਉਹ ਫਿਰ ਆਉਂਦਾ ਹੈ ਅਤੇ ਮਰੀਅਮ ਨੂੰ ਆਖਦਾ ਹੈ, ਤੂੰ ਇੱਕ ਪੁੱਤਰ ਜਣੇਗੀ ਅਤੇ ਉਸ ਦਾ ਨਾਮ ਯਿਸੂ ਮਸੀਹ ਹੈ। ਮੇਰੇ ਦੋਸਤੋ, ਜਦ ਕਦੇ ਜਬਰਾਇਲ ਗੱਲ ਕਰੇ ਤਾਂ ਬੜੇ ਧਿਆਨ ਨਾਲ ਸੁਣਨਾ, ਕਿਉਂ ਜੋ ਉਹ ਇੱਕ ਵੱਡੀ ਖਬਰ ਦਿੰਦਾ ਹੈ। ਭਾਗ ਹਾਹਾ ਯੋਜਨਾ। ਹੁਣ ਅੰਤ ਵਿੱਚ ਦਰਸ਼ਨ ਦੇ ਬਾਰੇ ਜੋ ਅਧਿਆਇ 8 ਵਿੱਚ ਲਿਖਿਆ ਹੈ ਉਸ ਵੱਲ ਧਿਆਨ ਦੇਵੋ। ਪਰਮੇਸ਼ਰ ਬਿਨਾਂ ਮਕਸਦ ਆਪਣੇ ਨਬੀਆਂ ਨੂੰ ਦਰਸ਼ਨ ਨਹੀਂ ਭੇਜਦਾ। ਉਹ ਤਾਂ ਪਹਿਲਾਂ ਤਿਆਰੀ ਕਰਦਾ ਹੈ ਅਤੇ ਯੋਜਨਾ ਬਣਾਉਂਦਾ ਹੈ ਤਾਂ ਕਿ ਉਸ ਦੇ ਨਬੀ ਦਰਸ਼ਨ ਨੂੰ ਸਮਝ ਜਾਣ। ਸੰਖੇਪ ਵਿੱਚ ਪਰਮੇਸ਼ਰ ਦਾਨੀਏਲ ਨੂੰ ਉਸ ਮਨੁੱਖ ਦੇ ਬਾਰੇ ਦੱਸਣਾ ਚਾਹੁੰਦਾ ਸੀ ਜਿਸ ਨੂੰ ਅਸੀਂ ਮਸੀਹ ਵਿਰੋਧੀ ਆਖਦੇ ਹਾਂ, ਜੋ ਅੰਤ ਸਮੇਂ ਵਿੱਚ ਆ ਰਿਹਾ ਹੈ ਅਤੇ ਨਾਸ਼ ਕਰੇਗਾ। ਨੰਬਰ 2, ਦਰਸ਼ਨ ਦਾ ਪ੍ਰਕਾਸ਼ਨ। ਦਾਨੀਏਲ 8 ਅਧਿਆਇ 3 ਵਚਨ ਤੋਂ ਲੈ ਕੇ 14 ਵਚਨਾਂ ਤੱਕ, 20 ਵਚਨ ਤੋਂ ਲੈ ਕੇ 27 ਵਚਨਾਂ ਤੱਕ। ਭਾਗ ਊੜਾ ਮੇਡਾ। ਦਾਨੀਏਲ 8 ਅਧਿਆਇ 3 ਵਚਨ ਤੋਂ ਲੈ ਕੇ 4 ਵਚਨਾਂ ਤੱਕ। ਹੁਣ ਪਸ਼ੂਆਂ ਦਾ ਸਮੇਂ ਹੈ, ਇਸ ਲਈ ਤੁਸੀਂ ਮੇਰੇ ਨਾਲ ਦਾਨੀਏਲ 8 ਅਧਿਆਇ 3 ਵਚਨ ਤੋਂ ਲੈ ਕੇ 4 ਵਿੱਚ ਚਲੋ। ਤਾਂ ਮੈਂ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ, ਇੱਕ ਨਦੀ ਦੇ ਅੱਗੇ ਇੱਕ ਮੇਢਾ ਖਲੋਤਾ ਸੀ, ਜਿਸ ਦੇ 2 ਸਿੰਗ ਸਨ ਅਤੇ ਉਹ ਦੋਵੇਂ ਉੱਚੇ ਸਨ, ਪਰ ਇੱਕ ਦੂਜੇ ਨਾਲੋਂ ਵੱਡੇ ਸੀ ਅਤੇ ਵੱਡਾ ਦੂਜੇ ਨਾਲੋਂ ਪਿੱਛਿਓਂ ਉੱਗਿਆ ਸੀ। ਮੈਂ ਉਸ ਮੇਢੇ ਨੂੰ ਡਿੱਠਾ ਜਿਹੜਾ ਪੱਛਮ, ਉੱਤਰ ਅਤੇ ਦੱਖਣ ਵੱਲ ਸਿੰਗ ਮਾਰਦਾ ਸੀ, ਇੱਥੋਂ ਤੱਕ ਕਿ ਕੋਈ ਦਰਿੰਦਾ ਉਹਦੇ ਸਾਹਮਣੇ ਨਾ ਖਲੋ ਸਕਿਆ ਅਤੇ ਨਾ ਕੋਈ ਉਹਦੇ ਹੱਥੋਂ ਛੁਡਾ ਸਕਿਆ, ਪਰ ਉਹ ਜੋ ਚਾਹੁੰਦਾ ਸੀ ਸੋ ਕਰਦਾ ਸੀ ਅਤੇ ਆਪਣੇ ਆਪ ਨੂੰ ਵੱਡਾ ਬਣਾਉਂਦਾ ਸੀ। ਹੁਣ ਪਹਿਲਾ ਪਸ਼ੂ ਜੋ ਦਾਨੀਏਲ ਨੇ ਵੇਖਿਆ ਉਹ ਮੇਢਾ ਸੀ, ਜਿਸ ਦੇ 2 ਸਿੰਗ ਸਨ। ਤੁਸੀਂ ਆਖ ਸਕਦੇ ਹੋ, ਪਾਸਟਰ, ਜਗਤ ਵਿੱਚ ਉਹ ਕੌਣ ਹੈ? ਬਾਈਬਲ ਦੱਸਦੀ ਹੈ ਉਹ ਕੌਣ ਹੈ। ਤੁਸੀਂ ਪੜ੍ਹ ਸਕਦੇ ਹੋ ਅਤੇ ਆਸਾਨੀ ਨਾਲ ਸਮਝ ਸਕਦੇ ਹੋ। ਐਤ 20 ਨੂੰ ਵੇਖੋ, ਉਹ ਮੇਢਾ ਜਿਹਨੂੰ ਤੈਂ ਡਿੱਠਾ ਉਸ ਦੇ 2 ਸਿੰਗ ਹਨ, ਸੋ ਮਾਧਿਆ ਅਤੇ ਫਾਰਸ ਦੇ ਰਾਜੇ ਹਨ। ਅਸੀਂ ਦਾਨੀਏਲ ਦੀ ਕਿਤਾਬ ਵਿੱਚ ਪੜ੍ਹਿਆ ਸੀ, ਤੁਸੀਂ ਜਾਣਦੇ ਹੋ, ਬਲੈਸ਼ਰ ਦਾ ਰਾਜ ਲੈ ਲਿਆ ਗਿਆ ਅਤੇ ਬਾਬਲ ਡਿੱਗ ਪਿਆ। ਮਾਦੀ ਪਹਿਲਾਂ ਆਏ ਅਤੇ ਦਾਰਾ ਮਾਦੀ ਅਧਿਆਇ 6 ਦੀ ਸ਼ੁਰੂਆਤ ਕਰਦਾ ਹੈ ਅਤੇ ਉਹ ਫਾਰਸੀਆਂ ਨਾਲ ਜੁੜ ਗਏ ਅਤੇ ਬਾਅਦ ਵਿੱਚ ਫਾਰਸੀਆਂ ਨੇ ਸਭ ਕੁਝ ਆਪਣੇ ਹੱਥ ਵਿੱਚ ਕਰ ਲਿਆ ਅਤੇ ਇਸ ਤਰ੍ਹਾਂ ਮਾਦੀ ਰਾਜ ਫਾਰਸ ਰਾਜ ਵਿੱਚ ਇੱਕ ਹੋ ਗਿਆ, ਇਸ ਤਰ੍ਹਾਂ ਜਿਸ ਤਰ੍ਹਾਂ ਭਵਿੱਖਬਾਣੀ ਆਖਦੀ ਹੈ। ਸਿੰਘ ਜਿਹੜਾ ਉੱਚਾ ਸੀ ਉਹ ਪਹਿਲੇ ਨਾਲੋਂ ਪਿੱਛੋਂ ਉੱਗਿਆ ਅਤੇ ਦੂਜੇ ਨਾਲੋਂ ਵੱਡਾ ਹੋ ਗਿਆ। ਸਾਈਰਸ ਅਤੇ ਉਸ ਦੇ ਪੁੱਤਰ ਦਾ ਮਜ਼ਬੂਤ ਅਤੇ ਅਟੁੱਟ ਹੋ ਕੇ ਫੈਲਦਾ ਚਲਾ ਗਿਆ। ਜਿਸ ਤਰ੍ਹਾਂ ਬਾਈਬਲ ਦੱਸਦੀ ਹੈ,
ਉਹ ਉੱਤਰ ਪੱਛਮ ਅਤੇ ਦੱਖਣ ਅਤੇ ਹੋਰ ਦੂਜੇ ਰਾਜ ਉਹਨਾਂ ਸਾਹਮਣੇ ਖਲੋ ਨਾ ਸਕੇ। ਭਾਗ ਐੜਾ ਬੱਕਰਾ। ਦਾਨੀਏਲ 8 ਅਧਿਆਇ 5 ਵਚਨ ਤੋਂ ਲੈ ਕੇ 8 ਵਚਨ ਤੱਕ। ਉਹ ਮੇਢਾ ਸੀ, ਹੁਣ ਬੱਕਰੇ ਵੱਲ ਚਲੋ। ਮੈਂ ਇਸ ਚਿੰਤਾ ਵਿੱਚ ਸਾਂ ਅਤੇ ਵੇਖੋ ਇੱਕ ਬੱਕਰਾ ਲਹਿੰਦੇ ਪਾਸਿਓਂ ਆਣ ਕੇ ਸਾਰੀ ਧਰਤੀ ਦੇ ਉੱਤੇ ਅਜਿਹਾ ਫਿਰਿਆ ਜੋ ਧਰਤੀ ਨੂੰ ਵੀ ਨਾ ਛੂਹਿਆ, ਅਤੇ ਉਸ ਬੱਕਰੇ ਦੀਆਂ ਦੋਹਾਂ ਅੱਖਾਂ ਦੇ ਵਿਚਕਾਰ ਇੱਕ ਅਚਰਜ ਸਿੰਘ ਸੀ, ਅਤੇ ਉਸ ਦੋਹਾਂ ਸਿੰਘਾਂ ਵਾਲੇ ਮੇਢੇ ਦੇ ਕੋਲ, ਜਿਹਨੂੰ ਮੈਂ ਨਦੀ ਦੇ ਸਾਹਮਣੇ ਖਲੋਤਾ ਵੇਖਿਆ ਸੀ, ਆਇਆ ਅਤੇ ਆਪਣੇ ਜ਼ੋਰ ਦੇ ਗੁੱਸੇ ਨਾਲ ਉਸ ਦੇ ਉੱਤੇ ਦੌੜ ਪਿਆ। ਅਤੇ ਮੈਂ ਉਹਨੂੰ ਵੇਖਿਆ, ਭਾਈ ਉਹ ਮੇਢੇ ਦੇ ਨੇੜੇ ਪੁੱਜਾ ਅਤੇ ਉਹਦਾ ਕ੍ਰੋਧ ਉਸ ਦੇ ਉੱਤੇ ਜਾਗਿਆ ਅਤੇ ਮੇਢੇ ਨੂੰ ਮਾਰਿਆ ਅਤੇ ਉਸ ਦੇ ਦੋਵੇਂ ਸਿੰਗ ਭੰਨ ਸੁੱਟੇ, ਔਰ ਮੇਢੇ ਵਿੱਚ ਜ਼ੋਰ ਨਹੀਂ ਸੀ ਕਿ ਉਹਦਾ ਸਾਹਮਣਾ ਕਰੇ। ਸੋ ਉਹਨੇ ਉਸ ਨੂੰ ਧਰਤੀ ਉੱਤੇ ਢਾ ਲਿਆ ਅਤੇ ਉਸ ਨੂੰ ਛਿਤਾੜ ਸੁੱਟਿਆ, ਔਰ ਕੋਈ ਨਹੀਂ ਸੀ ਜੋ ਮੇਢੇ ਨੂੰ ਉਹਦੇ ਹੱਥੋਂ ਛੁਡਾ ਸਕੇ। ਜਦੋਂ ਤੁਸੀਂ ਸ਼ਾਸਤਰ ਵਿੱਚ ਇਹ ਆਇਤਾਂ ਪੜ੍ਹਦੇ ਹੋ ਤਾਂ ਕੁਝ ਸਮਝਣਾ ਔਖਾ ਨਜ਼ਰ ਆਉਂਦਾ ਹੈ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਕਦੇ ਇੰਨੇ ਰੋਚਕ ਭਵਿੱਖਬਾਣੀ ਦੇ ਸ਼ਬਦ ਨਹੀਂ ਪੜ੍ਹੇ। ਸਭ ਤੋਂ ਪਹਿਲਾਂ ਬੱਕਰੇ ਨੂੰ ਪਛਾਣਨਾ ਮੁਸ਼ਕਲ ਨਹੀਂ ਹੈ। ਸਭ ਤੋਂ ਪਹਿਲੀ ਬਸਤੀ ਜੋ ਯੂਨਾਨ ਨੇ ਬੜੇ ਰਹੱਸਮਈ ਤਰੀਕੇ ਨਾਲ ਸਥਾਪਿਤ ਕੀਤੀ, ਰਹੱਸ ਇਹ ਹੈ ਕਿ ਬੱਕਰੇ ਨੂੰ ਪ੍ਰਬੰਧ ਕਰਨ ਲਈ ਭੇਜਿਆ ਗਿਆ ਕਿ ਉਹ ਇੱਕ ਸ਼ਹਿਰ ਉਸ ਜਗ੍ਹਾ ਉੱਤੇ ਵਸਾਏ ਜਿਸ ਨੂੰ ਕੋਈ ਨਾ ਜਾਣਦਾ ਹੋਵੇ। ਬੱਕਰਾ ਯੂਨਾਨ ਵੱਲੋਂ ਰਾਜ ਕਰਨ ਲਈ ਆਇਆ ਅਤੇ ਇੱਕ ਸ਼ਹਿਰ ਬਣਾਇਆ ਗਿਆ ਜਿਸ ਨੂੰ ਉਹਨਾਂ ਨੇ ਐਗੇ ਆਖਿਆ, ਜਿਸ ਦਾ ਅਰਥ ਹੈ ਬੱਕਰਾ ਜਾਂ ਬੱਕਰੇ ਵਾਲਾ ਸ਼ਹਿਰ। ਅਤੇ ਇਸ ਸ਼ਹਿਰ ਦੇ ਕੋਲ ਸਮੁੰਦਰ ਨੂੰ ਅਗਨੀ ਸਮੁੰਦਰ, ਬੱਕਰਾ ਸਮੁੰਦਰ ਆਖਿਆ। ਇਹ ਬੱਕਰਾ ਯੂਨਾਨ ਸੀ। ਅਸੀਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ, ਮਾਦੀ ਫਾਰਸੀ ਦੇ ਬਾਅਦ ਯੂਨਾਨ ਰਾਜ ਆਇਆ। ਯਾਦ ਕਰੋ, ਬਾਵਾਂ ਅਤੇ ਫਿਰ ਧੜ, ਅਤੇ ਧੜ ਯੂਨਾਨ ਸੀ। ਹੁਣ ਮੈਂ ਦੱਸਣ ਜਾ ਰਿਹਾ ਹਾਂ ਕਿ ਇਹ ਬਦਲਾਅ ਕਿਸ ਤਰ੍ਹਾਂ ਹੋਇਆ। ਇਸ ਭਾਗ ਵਿੱਚ ਅਸੀਂ ਪੁਰਾਣੇ ਇਤਿਹਾਸ ਵਿੱਚ ਜਾਵਾਂਗੇ ਅਤੇ ਵੇਖਾਂਗੇ ਕਿ ਇਹ ਭਵਿੱਖਬਾਣੀ ਦੇ ਸ਼ਬਦ ਕਿਸ ਤਰ੍ਹਾਂ ਰੋਚਕ ਤਰੀਕੇ ਨਾਲ ਪੂਰੇ ਹੋਏ। ਨੰਬਰ 1, ਜਗਤ ਦੇ ਜਿੱਤ ਦੀ ਰਾਹ। ਸਭ ਤੋਂ ਪਹਿਲਾਂ ਪਹਿਲੀ ਭਵਿੱਖਬਾਣੀ ਯੂਨਾਨ ਦੁਆਰਾ ਜਗਤ ਨੂੰ ਜਿੱਤਣ ਦੀ ਰਾਹ ਹੈ। ਧਿਆਨ ਕਰੋ, ਐਤ 5 ਕੀ ਆਖਦੀ ਹੈ। ਮੈਂ ਇਸ ਚਿੰਤਾ ਵਿੱਚ ਸਾਂ ਅਤੇ ਵੇਖੋ ਇੱਕ ਬੱਕਰਾ ਲਹਿੰਦੇ ਪਾਸਿਓਂ ਆਣ ਕੇ ਸਾਰੀ ਧਰਤੀ ਦੇ ਉੱਤੇ ਫਿਰਿਆ, ਜੋ ਧਰਤੀ ਨੂੰ ਵੀ ਨਾ ਛੂਹਿਆ। ਜੇ ਤੁਸੀਂ ਸਹੀ ਤਰੀਕੇ ਨਾਲ ਜਾਣਨਾ ਚਾਹੁੰਦੇ ਹੋ ਕਿ ਜਿਸ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਉਹ ਕੌਣ ਹੈ, ਤਾਂ ਆਪਣੀ ਬਾਈਬਲ ਵਿੱਚ ਪਿੱਛੇ ਜਾਂਦੇ ਹੋਏ 8ਵੇਂ ਅਧਿਆਇ ਦੀ 21 ਐਤ ਨੂੰ ਵੇਖੋ, ਜੋ ਇਸ ਦੀ ਵਿਆਖਿਆ ਕਰਦੀ ਹੈ। ਅਤੇ ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਅਤੇ ਉਹ ਵੱਡਾ ਸਿੰਘ ਜੋ ਉਸ ਦੀਆਂ ਅੱਖੀਆਂ ਦੇ ਵਿਚਕਾਰ ਹੈ, ਸੋ ਉਹ ਪਹਿਲਾ ਰਾਜਾ ਹੈ। ਸ਼ਾਸਤਰ ਦੱਸਦਾ ਹੈ, ਜਦ ਬੱਕਰਾ ਪੱਛਮ ਨੂੰ ਤੁਰਿਆ ਅਤੇ ਪੂਰੀ ਧਰਤੀ ਘੇਰ ਲਈ ਅਤੇ ਇੰਨੀ ਜਲਦੀ ਸਭ ਕੁਝ ਕੀਤਾ, ਸ਼ਾਸਤਰ ਕੀ ਆਖਦਾ ਹੈ? ਅਜਿਹਾ ਫਿਰਿਆ ਜੋ ਧਰਤੀ ਨੂੰ ਵੀ ਨਾ ਛੂਹਿਆ। ਇਹ ਉਸ ਦੀ ਤੇਜ਼ ਚਾਲ ਦੀ ਤਸਵੀਰ ਹੈ। ਇਸ ਦਾ ਅਰਥ ਹੈ, ਜਦ ਯੂਨਾਨ ਨੇ ਆਪਣਾ ਰਾਜ ਸਥਾਪਿਤ ਕੀਤਾ ਤਾਂ ਉਸ ਨੇ ਸਾਰੇ ਜਗਤ ਉੱਤੇ ਜਿੱਤਦੇ ਹੋਏ ਆਪਣਾ ਕਬਜ਼ਾ ਬਹੁਤ ਹੀ ਜਲਦੀ ਕਰ ਲਿਆ, ਜੋ ਇੱਕ ਰਿਕਾਰਡ ਹੈ। ਜੇ ਅਸੀਂ ਇਸ ਕਿਤਾਬ ਦੇ ਪਿਛਲੇ 7ਵੇਂ ਅਧਿਆਇ ਵਿੱਚ ਚੱਲੀਏ, ਜਿੱਥੇ ਅਲੱਗ-ਅਲੱਗ ਰਾਜ ਦੀ ਤਸਵੀਰ ਦਿੱਤੀ ਗਈ ਹੈ, ਯਾਦ ਕਰੋ ਯੂਨਾਨ ਦੀ ਕੀ ਤਸਵੀਰ ਹੈ। ਉਹ ਸੀ ਚੀਤਾ ਅਤੇ ਉਸ ਦੀ ਪਿੱਠ ਉੱਤੇ ਕੀ ਸੀ? ਪੰਖ ਵਾਲਾ ਚੀਤਾ। ਇੱਕ ਵੱਡੀ ਰਫ਼ਤਾਰ ਦੀ ਤਸਵੀਰ। 12 ਸਾਲਾਂ ਵਿੱਚ ਯੂਨਾਨ ਨੇ ਪੂਰੇ ਜਗਤ ਨੂੰ ਜਿੱਤ ਲਿਆ ਸੀ। ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ? ਇੱਕ ਵੀ ਯੁੱਧ ਨਹੀਂ ਹਾਰਿਆ। ਬਾਬਲ ਰਾਜ ਵਿੱਚ ਨਬੂਕਦਨਜ਼ਰ 13 ਸਾਲ ਤੱਕ ਆਪਣਾ ਪੂਰਾ ਯਤਨ ਕਰਦਾ ਰਿਹਾ ਕਿ ਉਹ ਤੈਰੇ ਨੂੰ ਜਿੱਤ ਲਵੇ, ਪਰ ਨਾ ਜਿੱਤ ਸਕਿਆ। ਯੂਨਾਨ ਨੇ ਉਸ ਸ਼ਹਿਰ ਨੂੰ ਸਿਰਫ ਜਿੱਤ ਹੀ ਨਹੀਂ ਲਿਆ, ਬਲਕਿ ਉਸ ਨੂੰ ਜਲਾ ਕੇ ਰਾਖ ਕਰ ਦਿੱਤਾ। ਕੋਈ ਐਸੀ ਫੌਜ ਨਹੀਂ ਸੀ, ਨਾ ਕੋਈ ਰਾਜ, ਨਾ ਕੋਈ ਰਾਜਾ ਜੋ ਯੂਨਾਨ ਦੇ ਸਾਹਮਣੇ ਖੜਾ ਹੋ ਸਕੇ। ਯੂਨਾਨ ਨੇ ਬੜੀ ਤੇਜ਼ੀ ਨਾਲ ਪੂਰੇ ਜਗਤ ਉੱਤੇ ਆਪਣਾ ਕਬਜ਼ਾ ਕਰ ਲਿਆ। ਪਰਮੇਸ਼ਰ ਨੇ ਇਹ ਦੱਸ ਦਿੱਤਾ ਸੀ ਕਿ ਇਹ ਕਿਸ ਤਰ੍ਹਾਂ ਹੋਵੇਗਾ, ਜੋ ਕਦੇ ਨਹੀਂ ਹੋਇਆ। ਨੰਬਰ 2, ਪਹਿਲੇ ਰਾਜੇ ਦੀ ਪ੍ਰਸਿੱਧੀ। ਦੂਜੀ ਹੈਰਾਨ ਕਰਨ ਵਾਲੀ ਭਵਿੱਖਬਾਣੀ
ਰਾਜੇ ਦੀ ਸ਼ੋਭਾ ਦੇ ਬਾਰੇ ਹੈ। ਸ਼ਾਸਤਰ ਦੱਸਦਾ ਹੈ, ਜੋ ਸਿੰਘ ਬੱਕਰੇ ਦੇ ਮੱਥੇ ਦੇ ਵਿਚਕਾਰ ਸੀ, ਉਹ ਯੂਨਾਨ ਸੀ। ਕੌਣ ਸੀ? ਪਹਿਲਾ ਯੂਨਾਨ ਦਾ ਰਾਜਾ। ਮੇਰੇ ਭੈਣੋ ਭਰਾਵੋ, ਪਹਿਲਾ ਰਾਜਾ ਕੌਣ ਸੀ? ਸਿਕੰਦਰ ਮਹਾਨ। ਉਸ ਨੂੰ ਮਹਾਨ ਸਿਕੰਦਰ ਆਖਿਆ ਗਿਆ ਹੈ। ਸਿਕੰਦਰ ਵਰਗਾ ਮਨੁੱਖ ਦਾ ਇਹ ਨਾਮ ਸਿਕੰਦਰ ਮੁਕਦੂਨੀਆ ਦੇ ਫਿਲਿਪ ਦਾ ਪੁੱਤਰ ਸੀ। ਅਸੀਂ ਜਾਣਦੇ ਹਾਂ ਕਿ ਉਸ ਦਾ ਨਾਮ ਸਿਕੰਦਰ ਸੀ ਅਤੇ ਉਸ ਨੇ ਬੜੀਆਂ ਉਪਲਬਧੀਆਂ ਹਾਸਲ ਕੀਤੀਆਂ, ਇਸ ਲਈ ਉਸ ਨੂੰ ਮਹਾਨ ਕਹਿੰਦੇ ਹਾਂ। ਜਦ ਉਹ ਬੱਚਾ ਸੀ ਤਾਂ ਉਸ ਦੀ ਮਾਂ ਨੇ ਦੱਸਿਆ ਸੀ ਕਿ ਉਹ ਉੱਚੇ ਵੰਸ਼ ਤੋਂ ਹੈ ਅਤੇ ਇਸ ਗੱਲ ਨੇ ਉਸ ਉੱਤੇ ਪ੍ਰਭਾਵ ਪਾਇਆ। ਮੈਨੂੰ ਕਿਸੇ ਨੇ ਦੱਸਿਆ ਸੀ ਕਿ ਉਸ ਦੇ ਪਰਿਵਾਰ ਦਾ ਇੱਕ ਘੋੜਾ ਸੀ ਅਤੇ ਕਈਆਂ ਨੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਤੋੜ ਨਾ ਸਕੇ। ਸਿਕੰਦਰ ਨੇ ਕਿਹਾ, ਮੈਂ ਕਰਾਂਗਾ, ਅਤੇ ਉਸ ਨੇ ਕਰਕੇ ਵਿਖਾਇਆ। ਇਤਿਹਾਸਕਾਰ ਦੱਸਦੇ ਹਨ ਕਿ ਜਗਤ ਨੂੰ ਜਿੱਤਣ ਲਈ ਜਿੰਨੇ ਵੀ ਉਸ ਨੇ ਯੁੱਧ ਕੀਤੇ, ਉਹ ਉਸ ਘੋੜੇ ਤੇ ਹੀ ਸਵਾਰ ਰਹਿੰਦਾ ਸੀ। ਉਸ ਦਾ ਪਿਤਾ ਇੱਕ ਮਹਾਨ ਫੌਜੀ ਸੀ ਅਤੇ ਇੱਕ ਮਹਾਨ ਅਤੇ ਸਫਲ ਲੀਡਰ ਸੀ। ਮੈਂ ਸੁਣਿਆ ਹੈ ਸਿਕੰਦਰ ਅਕਸਰ ਇਹ ਸੋਚਦਾ ਸੀ ਕਿ ਉਸ ਦੇ ਪਿਤਾ ਨੇ ਇੰਨੀ ਉੱਨਤੀ ਕਰ ਲਈ ਹੈ ਅਤੇ ਹੁਣ ਮੈਂ ਕੀ ਕਰਾਂ। ਉਸ ਦੇ ਪਿਤਾ ਨੇ ਜਦ ਇੱਕ ਵਾਰ ਯੁੱਧ ਜਿੱਤ ਲਿਆ ਸੀ ਤਾਂ ਆਪਣੇ ਪੁੱਤਰ ਨੂੰ ਕਿਹਾ ਸੀ, ਪੁੱਤਰ, ਜੋ ਕੁਝ ਵੀ ਮੈਂ ਕੀਤਾ ਹੈ ਉਹ ਤਾਂ ਸ਼ੁਰੂਆਤ ਵੀ ਨਹੀਂ ਹੈ। ਤੂੰ ਮੇਰੇ ਤੋਂ ਅੱਗੇ ਜਾਣਾ ਹੈ, ਕੁਝ ਵੱਡਾ ਕਰਕੇ ਅੱਗੇ ਵਧ। ਅਤੇ ਸਿਕੰਦਰ ਨੇ ਆਖਿਆ, ਮੈਂ ਜਗਤ ਨੂੰ ਜਿੱਤਣ ਲਈ ਅੱਗੇ ਵਧਾਂਗਾ, ਅਤੇ ਉਸ ਨੇ ਇਹ ਕਰ ਵਿਖਾਇਆ। ਸਿਕੰਦਰ ਇਸ ਦੁਨੀਆ ਵਿੱਚ ਮਹਾਨ ਅਖਵਾਇਆ। ਉਸ ਨੇ ਜਗਤ ਨੂੰ ਜਿੱਤਣ ਦਾ ਫੈਸਲਾ ਕਰ ਲਿਆ ਸੀ ਅਤੇ ਉਸ ਨੇ 12 ਸਾਲਾਂ ਵਿੱਚ ਕਰਕੇ ਵਿਖਾ ਦਿੱਤਾ। ਇਹ ਦੂਜੀ ਭਵਿੱਖਬਾਣੀ ਹੈ। ਨੰਬਰ 3, ਮਾਦੀ ਫਾਰਸੀ ਰਾਜੇ ਦੀ ਤਬਾਹੀ। ਤੀਸਰੀ ਭਵਿੱਖਬਾਣੀ ਮਾਦੀ ਫਾਰਸੀ ਰਾਜ ਦੇ ਨਾਸ਼ ਹੋਣ ਦੇ ਬਾਰੇ ਹੈ। ਪਰਮੇਸ਼ਵਰ ਨੇ ਦਾਨੀਏਲ ਨੂੰ ਜਦ ਉਸ ਵਿਸ਼ੇਸ਼ ਸਿੰਘ ਦੇ ਬਾਰੇ ਦੱਸਿਆ ਕਿ ਇੱਕ ਮਹਾਨ ਰਾਜਾ ਮਾਦੀਆਂ ਅਤੇ ਫਾਰਸੀਆਂ ਦੀ ਵਿਰੋਧਤਾ ਵਿੱਚ ਆ ਰਿਹਾ ਹੈ, ਆਓ ਅਸੀਂ 6 ਤੇ 7 ਐਤ ਨੂੰ ਵੇਖੀਏ। ਅਤੇ ਉਹ ਉਸ ਦੋਹਾਂ ਸਿੰਘਾਂ ਵਾਲੇ ਮੇਢੇ ਦੇ ਕੋਲ, ਜਿਹਨੂੰ ਮੈਂ ਨਦੀ ਦੇ ਸਾਹਮਣੇ ਖਲੋਤਾ ਵੇਖਿਆ ਸੀ, ਆਇਆ ਅਤੇ ਆਪਣੇ ਜ਼ੋਰ ਦੇ ਗੁੱਸੇ ਨਾਲ ਉਸ ਦੇ ਉੱਤੇ ਦੌੜ ਪਿਆ ਅਤੇ ਉਸ ਨੇ ਮੇਢੇ ਨੂੰ ਮਾਰਿਆ ਅਤੇ ਉਸ ਦੇ ਦੋਵੇਂ ਸਿੰਘਾਂ ਨੂੰ ਭੰਨ ਸੁੱਟਿਆ, ਔਰ ਮੇਢੇ ਵਿੱਚ ਜ਼ੋਰ ਨਹੀਂ ਸੀ ਕਿ ਉਸ ਦਾ ਸਾਹਮਣਾ ਕਰ ਸਕੇ। ਸੋ ਉਹਨੇ ਉਸ ਨੂੰ ਧਰਤੀ ਉੱਤੇ ਢਾ ਲਿਆ ਅਤੇ ਉਸ ਨੂੰ ਛਿਤਾੜ ਸੁੱਟਿਆ, ਔਰ ਕੋਈ ਨਹੀਂ ਸੀ ਜੋ ਉਸ ਨੂੰ ਮੇਢੇ ਹੱਥੋਂ ਛੁਡਾ ਸਕੇ। ਜਦ ਸਿਕੰਦਰ ਨੇ ਮਾਦੀ ਫਾਰਸੀ ਰਾਜ ਨੂੰ ਜਿੱਤਣ ਦਾ ਫੈਸਲਾ ਕਰ ਲਿਆ ਤਾਂ ਉਸ ਨੇ ਆਪਣੇ ਨਾਲ 35,000 ਸੈਨਿਕ ਲੈ ਕੇ ਉਹਨਾਂ ਉੱਤੇ ਹਮਲਾ ਬੋਲ ਦਿੱਤਾ। ਦਾਰਾ ਤਾਂ ਉਸ ਨਾਲ ਸਮਝੌਤਾ ਕਰਨਾ ਚਾਹੁੰਦਾ ਸੀ, ਪਰ ਸਿਕੰਦਰ ਨੇ ਮਨਾ ਕਰ ਦਿੱਤਾ। ਸਿਕੰਦਰ ਨੇ ਉਹਨਾਂ ਦੇ ਰਾਜ ਨੂੰ ਇਸ ਤਰ੍ਹਾਂ ਨਾਸ਼ ਕੀਤਾ ਜਿਸ ਤਰ੍ਹਾਂ ਪਰਮੇਸ਼ਰ ਨੇ 250 ਸਾਲ ਪਹਿਲਾਂ ਆਖਿਆ ਸੀ। ਨੰਬਰ 4, ਰਾਜੇ ਦੀ ਅਨੋਖੀ ਮੌਤ। ਹੁਣ ਸ਼ਾਸਤਰ ਦੀ ਚੌਥੀ ਭਵਿੱਖਬਾਣੀ ਨੂੰ ਵੇਖਦੇ ਹਾਂ, ਜੋ ਮਹਾਨ ਰਾਜੇ ਦੀ ਮੌਤ ਦੇ ਬਾਰੇ ਹੈ। ਐਤ 8 ਵੱਲ ਧਿਆਨ ਦੇਵੋ। ਅਤੇ ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ ਅਤੇ ਜਦ ਉਹ ਬਲਵਾਨ ਹੋਇਆ ਤਾਂ ਉਸ ਦਾ ਵੱਡਾ ਸਿੰਘ ਭੱਜ ਪਿਆ ਅਤੇ ਉਹਦੇ ਥਾਂ 4 ਅਚਰਜ ਸਿੰਘ ਆਕਾਸ਼ ਦੀਆਂ ਚੌਹਾਂ ਪੌਣਾਂ ਵੱਲ ਨਿਕਲੇ। ਸਿਕੰਦਰ ਨੇ ਮਾਦੀ ਫਾਰਸੀਆਂ ਦਾ ਰਾਜ ਖੋਹ ਲਿਆ ਅਤੇ ਕਈਆਂ ਸ਼ਹਿਰਾਂ ਨੂੰ ਨਾਸ਼ ਕਰਦਿਆਂ ਹੋਇਆਂ ਭਾਰਤ ਵੱਲ ਝਪਟਿਆ, ਪਰ ਉਸ ਦੇ ਸੈਨਿਕ ਥੱਕ ਚੁੱਕੇ ਸਨ, ਇਸ ਲਈ ਉਹ ਬਾਬਲ ਵਾਪਸ ਚਲੇ ਗਏ ਅਤੇ ਉੱਥੇ 33 ਸਾਲ ਦੀ ਉਮਰ ਵਿੱਚ ਸਿਕੰਦਰ ਮਰ ਗਿਆ। ਇਹ ਭਵਿੱਖਬਾਣੀ ਦੇ ਅਨੁਸਾਰ ਹੀ ਹੋਇਆ। ਮੈਂ ਇਸ ਗੱਲ ਨਾਲ ਸਹਿਮਤ ਹਾਂ ਅਤੇ ਕਈ ਇਤਿਹਾਸਕਾਰ ਮੰਨਦੇ ਹਨ ਕਿ ਸਿਕੰਦਰ ਕੁਝ ਹੋਰ ਨਹੀਂ ਕਰ ਰਿਹਾ ਸੀ। ਉਹ ਤਾਂ ਯਿਸੂ ਮਸੀਹ ਦੇ ਆਉਣ ਦੀ ਰਾਹ ਤਿਆਰ ਕਰ ਰਿਹਾ ਸੀ ਤਾਂ ਕਿ ਸੁਸਮਾਚਾਰ ਪੂਰੀ ਧਰਤੀ ਤੇ ਫੈਲ ਸਕੇ, ਪਰ ਉਹ ਤਾਂ ਸੋਚ ਰਿਹਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਇਹ ਸਭ ਕੁਝ ਕਰ ਰਿਹਾ ਹੈ। ਨੰਬਰ 5, ਯੂਨਾਨੀ ਰਾਜ ਦਾ ਪੁਨਰ ਗਠਨ। ਹੁਣ ਅਸੀਂ ਇਸ ਅਧਿਆਇ ਦੀ ਆਖਰੀ ਭਵਿੱਖਬਾਣੀ ਨੂੰ ਵੇਖਦੇ ਹਾਂ, ਜੋ ਯੂਨਾਨੀ ਰਾਜ ਦੇ ਪੁਨਰ ਗਠਨ ਦੇ ਬਾਰੇ ਹੈ। ਐਤ 8
ਅਤੇ ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ ਅਤੇ ਜਦ ਉਹ ਬਲਵਾਨ ਹੋਇਆ ਤਾਂ ਉਸ ਦਾ ਵੱਡਾ ਸਿੰਗ ਭੱਜ ਪਿਆ ਅਤੇ ਉਹਦੇ ਥਾਂ 4 ਅਚਰਜ ਸਿੰਘ ਆਕਾਸ਼ ਦੀਆਂ ਚੌਹਾਂ ਪੌਣਾਂ ਵੱਲ ਨਿਕਲੇ। ਹੁਣ ਇਸ ਐਤ ਦੀ ਵਿਆਖਿਆ ਐਤ 22 ਵਿੱਚ ਕੀਤੀ ਗਈ ਹੈ, ਜੋ ਦੱਸਦੀ ਹੈ ਅਤੇ ਇਸ ਕਰਕੇ ਕਿ ਉਸ ਦੇ ਟੁੱਟਣ ਦੇ ਪਿੱਛੋਂ ਉਹਦੇ ਥਾਂ ਵਿੱਚ ਹੋਰ ਨਿਕਲੇ, ਸੋ ਇਹ 4 ਰਾਜੇ ਹਨ ਜਿਹੜੇ ਉਸ ਦੇਸ਼ ਦੇ ਵਿਚਕਾਰ ਉੱਠਣਗੇ, ਪਰ ਉਹਨਾਂ ਦਾ ਵਸ ਉਹਨਾਂ ਵਰਗਾ ਨਾ ਹੋਵੇਗਾ। ਸਿਕੰਦਰ ਦੇ ਮਰਦਿਆਂ ਹੀ ਉਸ ਦਾ ਰਾਜ ਉਸ ਦੇ 4 ਜਨਰਲਾਂ ਵਿੱਚ ਵੰਡ ਦਿੱਤਾ ਗਿਆ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਜਿਸ ਤਰ੍ਹਾਂ ਪਰਮੇਸ਼ਰ ਨੇ ਆਖਿਆ ਸੀ ਕਿ ਸਿਕੰਦਰ ਦੇ ਬਾਅਦ ਰਾਜ ਦਾ ਫਿਰ ਗਠਨ ਕੀਤਾ ਜਾਏਗਾ, ਇਹ ਸਾਰੀਆਂ ਗੱਲਾਂ ਤਾਂ ਹੋਣ ਤੋਂ ਪਹਿਲਾਂ ਹੀ ਲਿਖ ਦਿੱਤੀਆਂ ਗਈਆਂ। ਅੱਜ ਵੀ ਬਹੁਤ ਸਾਰੇ ਲੋਕ ਹਨ ਜੋ ਬਾਈਬਲ ਦੀ ਭਵਿੱਖਬਾਣੀ ਉੱਤੇ ਵਿਸ਼ਵਾਸ ਨਹੀਂ ਕਰਦੇ, ਪਰ ਅਸੀਂ ਕਰਦੇ ਹਾਂ। ਜੋ ਪਰਮੇਸ਼ਰ ਕਹਿੰਦਾ ਹੈ ਕਿ ਇਹ ਹੋਵੇਗਾ, ਉਹ ਉਸ ਤਰ੍ਹਾਂ ਹੀ ਹੁੰਦਾ ਹੈ ਜਿਸ ਤਰ੍ਹਾਂ ਪਰਮੇਸ਼ਰ ਨੇ ਆਖਿਆ ਹੁੰਦਾ ਹੈ। ਸਾਰ ਹੋ ਸਕਦਾ ਹੈ ਤੁਸੀਂ ਪੁੱਛੋ ਕਿ ਇਸ ਅਧਿਆਇ ਦੀਆਂ ਗੱਲਾਂ ਨੂੰ ਮੈਂ ਕਿਸ ਤਰ੍ਹਾਂ ਸਮਝ ਸਕਦਾ ਹਾਂ। ਮੈਂ ਤੁਹਾਨੂੰ 3 ਵਿਚਾਰ ਪ੍ਰਗਟ ਕਰਦਾ ਹਾਂ ਜੋ ਸਾਡੇ ਲਈ ਲਾਭਦਾਇਕ ਹੋਣਗੇ। ਭਾਗ ਊੜਾ, ਇਹ ਇੱਕ ਮਹਾਨ ਭਵਿੱਖਬਾਣੀ। ਸਭ ਤੋਂ ਪਹਿਲਾਂ ਅਸੀਂ ਮਹਾਨ ਭਵਿੱਖਬਾਣੀ ਨੂੰ ਵੇਖਿਆ। ਇਸ ਭਵਿੱਖਬਾਣੀ ਵਿੱਚ ਉਹ ਗੱਲਾਂ ਲਿਖੀਆਂ ਗਈਆਂ ਸਨ ਜੋ ਪਰਮੇਸ਼ਰ ਨੇ ਦੱਸਿਆ ਕਿ ਕਿਸ ਤਰ੍ਹਾਂ ਹੋਵੇਗਾ ਅਤੇ ਉਸ ਤਰ੍ਹਾਂ ਹੀ ਹੋਇਆ। ਤੁਸੀਂ ਆਖ ਸਕਦੇ ਹੋ ਤਾਂ ਮੈਨੂੰ ਕੀ? ਜਦ ਅਸੀਂ ਇਸ ਅਧਿਆਇ ਦੇ ਅੰਤ ਵਿੱਚ ਆਉਂਦੇ ਹਾਂ ਤਾਂ ਇੱਕ ਰਾਜੇ ਦੇ ਬਾਰੇ ਪੜ੍ਹਦੇ ਹਾਂ ਜਿਸ ਨੂੰ ਉੱਥੇ ਕਰੂਰ ਰਾਜਾ ਆਖਿਆ ਗਿਆ ਹੈ। ਉਹ ਅਜੇ ਤੱਕ ਨਹੀਂ ਆਇਆ ਹੈ, ਪਰ ਕੀ ਤੁਸੀਂ ਜਾਣਦੇ ਹੋ ਉਹ ਆ ਰਿਹਾ ਹੈ। ਮੈਂ ਇਸ ਗੱਲ ਨੂੰ ਕਿਸ ਤਰ੍ਹਾਂ ਸਮਝਾਂ? ਕਿਉਂਕਿ ਜਿਸ ਬਾਰੇ ਪਰਮੇਸ਼ਰ ਨੇ ਪਹਿਲਾਂ ਕਿਹਾ ਸੀ ਉਹ ਆਇਆ ਅਤੇ ਉਸ ਨੇ ਆਖਿਆ ਕਿ ਉਹ ਆ ਰਿਹਾ ਹੈ, ਇਸ ਲਈ ਉਹ ਆ ਰਿਹਾ ਹੈ। ਭਵਿੱਖਬਾਣੀ ਪੂਰੀ ਹੋ ਕੇ ਹੀ ਰਹੇਗੀ। ਕਿਸ ਤਰ੍ਹਾਂ? ਜਦ ਮੈਂ ਪੁਰਾਣੇ ਨੇਮ ਦੀਆਂ ਭਵਿੱਖਬਾਣੀਆਂ ਵੇਖੀਆਂ ਜੋ ਨਵੇਂ ਨੇਮ ਵਿੱਚ ਪੂਰੀਆਂ ਹੋਈਆਂ ਅਤੇ ਨਵੇਂ ਨੇਮ ਦੀ ਭਵਿੱਖਬਾਣੀ ਜੋ ਭਵਿੱਖ ਲਈ ਹੈ, ਮੈਂ ਆਖਦਾ ਹਾਂ ਆਮੀਨ ਪ੍ਰਭੂ, ਆਮੀਨ। ਮੈਂ ਜਾਣਦਾ ਹਾਂ ਇਹ ਉਸ ਤਰ੍ਹਾਂ ਹੀ ਹੋਣ ਜਾ ਰਿਹਾ ਹੈ ਜਿਸ ਤਰ੍ਹਾਂ ਪਰਮੇਸ਼ਰ ਨੇ ਆਖਿਆ ਹੈ। ਭਾਗ ਐੜਾ, ਇੱਕ ਮਹਾਨ ਸਿਧਾਂਤ। ਮੈਂ ਸੋਚਦਾ ਹਾਂ ਅਸੀਂ ਇੱਕ ਮਹਾਨ ਸਿਧਾਂਤ ਨੂੰ ਵੇਖਾਂਗੇ। ਜਦ ਪਰਮੇਸ਼ਰ ਨੇ ਦਾਨੀਏਲ ਉੱਤੇ ਭਵਿੱਖਬਾਣੀ ਨੂੰ ਪ੍ਰਗਟ ਕੀਤਾ ਤਾਂ ਦਾਨੀਏਲ ਨੇ ਕੀ ਕੀਤਾ? ਉਹਨੂੰ ਮੂਰਛਾ ਪੈ ਗਈ ਅਤੇ ਉਹ ਮਾਂਦਾ ਹੋ ਗਿਆ। ਜਰਾ ਇੱਥੇ ਗੌਰ ਕਰੋ। ਜਦ ਦਾਨੀਏਲ ਨੂੰ ਪਰਮੇਸ਼ਰ ਦੀ ਯੋਜਨਾ ਪਤਾ ਲੱਗੀ ਤਾਂ ਉਹ ਕਿਸ ਤਰ੍ਹਾਂ ਘਬਰਾ ਗਿਆ। ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਇਸ ਕਿਤਾਬ ਨੂੰ ਗੰਭੀਰਤਾ ਨਾਲ ਲਈਏ। ਜਦ ਅਸੀਂ ਇਸ ਵਿੱਚ ਪਾਪ ਦੇ ਮਨੁੱਖ ਦੇ ਬਾਰੇ ਪੜ੍ਹਦੇ ਹਾਂ ਜੋ ਆ ਰਿਹਾ ਹੈ ਅਤੇ ਬਹੁਤ ਕਰੂਰ ਹੈ, ਜੋ ਜਗਤ ਉੱਤੇ ਰਾਜ ਕਰਨ ਜਾ ਰਿਹਾ ਹੈ, ਤਾਂ ਅਸੀਂ ਆਪਣੇ ਆਲੇ ਦੁਆਲੇ ਦੇ ਉਹਨਾਂ ਲੋਕਾਂ ਦੇ ਬਾਰੇ ਸੋਚਦੇ ਹਾਂ ਜੋ ਯਿਸੂ ਮਸੀਹ ਦੇ ਬਾਰੇ ਨਹੀਂ ਜਾਣਦੇ। ਤਾਂ ਪਰਮੇਸ਼ਰ ਨੂੰ ਆਖਦੇ ਹਾਂ ਕਿ ਸਾਡੀ ਮਦਦ ਕਰ ਤਾਂ ਕਿ ਭਵਿੱਖਬਾਣੀ ਦੇ ਸੱਚ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਤੇਰੇ ਰਾਜ ਵਿੱਚ ਲਿਆ ਸਕੀਏ। ਭਾਗ ਈੜੀ, ਇੱਕ ਮਹਾਨ ਮਨੁੱਖ। ਸਿਕੰਦਰ ਇੱਕ ਮਹਾਨ ਮਨੁੱਖ ਸੀ। ਇਤਿਹਾਸ ਵਿੱਚ ਤੁਸੀਂ ਉਸ ਦੀ ਜੀਵਨੀ ਅਤੇ ਉਪਲਬਧੀਆਂ ਨੂੰ ਜਾਣ ਸਕਦੇ ਹੋ ਜਿਨ੍ਹਾਂ ਦੇ ਕਾਰਨ ਉਸ ਨੂੰ ਮਹਾਨ ਆਖਿਆ ਗਿਆ। ਉਹ ਸ਼ਕਤੀਸ਼ਾਲੀ ਮਨੁੱਖ ਸੀ। ਉਹ ਮਹਾਨ ਤਾਨਾਸ਼ਾਹ ਸੀ, ਮਹਾਨ ਸ਼ਾਸਕ, ਮਹਾਨ ਜਨਰਲ, ਇੱਕ ਮਹਾਨ ਨੇਤਾ ਸੀ। ਯਸੂ ਅਤੇ ਸਿਕੰਦਰ ਦੋਹਾਂ ਦੀ ਮੌਤ 33 ਸਾਲ ਵਿੱਚ ਹੋਈ। ਕੌਣ ਮਹਾਨ ਸੀ? ਜਗਤ ਦੇ ਇਤਿਹਾਸ ਵਿੱਚ ਸ਼ਾਨ ਸ਼ੌਕਤ ਵਿੱਚ ਸਿਕੰਦਰ ਸਾਡੇ ਪ੍ਰਭੂ ਨਾਲੋਂ ਅੱਗੇ ਸੀ, ਪਰ ਧਰਤੀ ਉੱਤੇ ਇੱਕ ਵੀ ਮਨੁੱਖ ਪ੍ਰਭੂ ਯਸੂ ਵਰਗਾ ਨਹੀਂ ਆਇਆ। ਪ੍ਰਭੂ ਯਿਸੂ ਮਹਾਨ ਹੈ। ਆਮੀਨ। ਪਿਆਰੇ ਦਰਸ਼ਕੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅੰਤ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਧੰਨਵਾਦ। ਦੋਸਤੋ, ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਸ ਦਾ ਇੱਕ ਵੱਡਾ ਲਾਭ ਵੀ ਤੁਹਾਨੂੰ ਮਿਲਿਆ ਹੋਵੇਗਾ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਪੁਸਤਕ ਦੇ 8 ਅਧਿਆਇ ਦੇ ਉੱਤੇ ਚਰਚਾ ਕਰ ਰਹੇ ਸੀ। ਅਸੀਂ ਦਾਨੀਏਲ ਨਬੀ ਦੇ ਦੁਆਰਾ ਦੇਖੇ ਗਏ ਉਸ ਦੇ ਦਰਸ਼ਨ ਦੇ ਉੱਪਰ ਗੌਰ ਕਰ ਰਹੇ ਸੀ। ਅੱਜ ਅਸੀਂ ਦਾਨੀਏਲ ਨਬੀ ਦੇ ਦਰਸ਼ਨ ਦੇ ਪ੍ਰਕਾਸ਼ਨ ਬਾਰੇ ਗੌਰ ਕਰ ਰਹੇ ਸੀ। ਸਾਨੂੰ ਦਾਨੀਏਲ ਦੀ ਪੁਸਤਕ ਦੇ ਵਿੱਚ ਪਰਮੇਸ਼ਵਰ ਦੇ 2 ਪ੍ਰਮੁੱਖ
ਸਵਰਗਦੂਤਾਂ ਦੇ ਬਾਰੇ ਪਤਾ ਚੱਲਦਾ ਹੈ, ਜਿਨ੍ਹਾਂ ਦੇ ਨਾਮ ਜਿਬਰਾਇਲ ਅਤੇ ਮਿਕਾਇਲ ਹੈਗੇ ਆ। ਅਸੀਂ ਜਾਣਿਆ ਕਿ ਜਦੋਂ ਕਿਸੇ ਵਿਸ਼ੇਸ਼ ਗੱਲ ਨੂੰ ਦੱਸਣਾ ਹੁੰਦਾ ਹੈ ਤਾਂ ਉਹ ਜਿਬਰਾਇਲ ਸਵਰਗਦੂਤ ਨੂੰ ਹੀ ਭੇਜਦਾ ਹੈ। ਅਸੀਂ ਦਾਨੀਏਲ ਦੇ ਦਰਸ਼ਨ ਦੀ ਯੋਜਨਾ ਬਾਰੇ ਜਾਣਿਆ। ਅਸੀਂ ਜਾਣਿਆ ਕਿ ਪਰਮੇਸ਼ਵਰ ਆਪਣੇ ਕਿਸੇ ਵੀ ਨਬੀ ਨੂੰ ਬਿਨਾਂ ਕਿਸੇ ਮਤਲਬ ਦੇ ਦਰਸ਼ਨ ਨਹੀਂ ਦਿੰਦਾ। ਉਸ ਦੇ ਪਿੱਛੇ ਉਸ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ ਅਤੇ ਉਹ ਯੋਜਨਾ ਬਣਾਉਂਦਾ ਤਾਂ ਕਿ ਉਹਦੇ ਨਬੀ ਦਰਸ਼ਨ ਨੂੰ ਸਮਝ ਜਾਣ। ਇਹ ਦਰਸ਼ਨ ਦੇ ਵਿੱਚ ਪਰਮੇਸ਼ਵਰ ਦਾਨੀਏਲ ਨੂੰ ਉਸ ਮਨੁੱਖ ਬਾਰੇ ਦੱਸਣਾ ਚਾਹੁੰਦਾ ਸੀ ਜਿਸ ਨੂੰ ਅਸੀਂ ਮਸੀਹ ਵਿਰੋਧੀ ਕਹਿੰਦੇ ਹਾਂ। ਇਸ ਤੋਂ ਬਾਅਦ ਅਸੀਂ ਦਰਸ਼ਨ ਦੇ ਪ੍ਰਕਾਸ਼ਨ ਨੂੰ ਸਮਝਿਆ, ਅਸੀਂ ਇਸ ਦੇ ਅਰਥ ਨੂੰ ਸਮਝਿਆ, ਅਸੀਂ ਮੇੜੇ ਦੇ ਬਾਰੇ ਜਾਣਿਆ ਕਿ ਉਹ ਕਿਸ ਦੇ ਵੱਲ ਇਸ਼ਾਰਾ ਕਰਦਾ ਹੈ। ਇਸ ਤੋਂ ਬਾਅਦ ਅਸੀਂ ਬੱਕਰੇ ਦੇ ਬਾਰੇ ਜਾਣਿਆ। ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਬੱਕਰਾ ਕਿਹਦੇ ਵੱਲ ਇਸ਼ਾਰਾ ਕਰਦਾ ਹੈ। ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਜਾਣਿਆ ਕਿ ਇਸ ਭਵਿੱਖਬਾਣੀ ਦੇ ਵਚਨ ਪੁਰਾਣੇ ਨਿਯਮ ਦੇ ਵਿੱਚ ਕਿਸ ਤਰ੍ਹਾਂ ਰੋਚਕ ਤਰੀਕੇ ਦੇ ਨਾਲ ਪੂਰੇ ਹੋਏ। ਅਸੀਂ ਜਾਣਿਆ ਕਿ ਪਹਿਲੀ ਭਵਿੱਖਬਾਣੀ ਯੂਨਾਨ ਦੁਆਰਾ ਜਗਤ ਨੂੰ ਜਿੱਤਣ ਦੀ ਰਾਹ ਸੀ। ਬਾਈਬਲ ਬਾਣੀ ਬੱਕਰੀ ਦੇ ਸਿੰਗ ਦੇ ਬਾਰੇ ਇਸ਼ਾਰਾ ਕਰਕੇ ਉਸ ਨੂੰ ਯੂਨਾਨ ਦੇ ਰਾਜ ਬਾਰੇ ਦੱਸਦੀ ਹੈ ਅਤੇ ਅਸੀਂ ਯੂਨਾਨ ਦੇ ਰਾਜੇ ਸਿਕੰਦਰ ਮਹਾਨ ਬਾਰੇ ਜਾਣਿਆ, ਜਿਨੇ ਸਾਰੇ ਸੰਸਾਰ ਨੂੰ ਜਿੱਤ ਲਿਆ ਸੀ। ਇਸ ਤਰ੍ਹਾਂ ਅਸੀਂ ਅਲੱਗ-ਅਲੱਗ ਰਾਜਾਂ ਦੀ ਤਬਾਹੀ ਦੀ ਭਵਿੱਖਬਾਣੀਆਂ ਨੂੰ ਜਾਣਾ। ਉਮੀਦ ਹੈ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਕਿ ਤੁਸੀਂ ਭਵਿੱਖਬਾਣੀਆਂ ਦੇ ਵਿਸ਼ੇ 'ਚ ਸਾਨੂੰ ਸਿਖਾ ਰਹੇ ਹੋ। ਤੁਸੀਂ ਸਿਖਾ ਰਹੇ ਹੋ ਕਿ ਭਵਿੱਖਬਾਣੀਆਂ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ। ਪਿਤਾ, ਅੱਜ ਪਿਤਾ ਪਰਮੇਸ਼ਰ ਅਸੀਂ ਬੱਕਰੇ ਔਰ ਮੇੜੇ ਦੇ ਫਰਕ ਨੂੰ ਜਾਣਿਆ ਔਰ ਅਸੀਂ ਪ੍ਰਭੂ ਜੀ ਯੂਨਾਨ ਦੇ ਬਾਰੇ ਜਾਣਕਾਰੀ ਨੂੰ ਹਾਸਿਲ ਕੀਤਾ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਤੁਹਾਡੇ ਇਸ ਅੱਛੇ ਵਚਨ ਵਾਸਤੇ। ਯਿਸੂ ਨਾਸਰੀ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।